ਸਤਿਕਾਰਯੋਗ ਦੋਸਤੋ, ਗਿਆਨ ਵਿਗਿਆਨ ਦੇ ਇਸ ਸੈਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਲੜੀ ਸ਼ੁਰੂ ਕੀਤੀ ਸੀ ਕਿ ਅਹਿਮਦੀਆਂ ਨੇ ਜੋ ਗੁਰੂ ਨਾਨਕ ਸਾਹਿਬ ਦੇ ਬਾਰੇ ਗੱਲਾਂ ਲਿਖੀਆਂ ਹਨ, ਉਹ ਇੱਕ ਅਕੈਡਮਿਕ ਪੱਖ ਤੋਂ ਜੇਕਰ ਉਹਨਾਂ ਦੀ ਪੜਚੋਲ ਕਰੀਏ ਤੇ ਉਹਨਾਂ ਦਾ ਕੀ ਭਾਵ ਨਿਕਲਦਾ ਹੈ। ਮੈਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਹੈ ਕਿ ਹਰ ਧਰਮ ਦੇ ਪ੍ਰਚਾਰਕ ਲੋਕ ਜਿਹੜੇ ਆਪਣੇ ਧਰਮ ਨੂੰ ਦੂਜਿਆਂ ਤੱਕ ਵਡਿਆ ਕੇ ਦੱਸਣਾ ਚਾਹੁੰਦੇ ਨੇ, ਉਹ ਅਕਸਰ ਬਹੁਤ ਹੀ ਕੱਚੀਆਂ ਪਿੱਲੀਆਂ ਦਲੀਲਾਂ ਬਣਾ ਕੇ ਆਪਣੇ ਧਰਮ ਨੂੰ ਉੱਚਾ ਦੱਸਣ ਦੀ ਕੋਸ਼ਿਸ਼ ਕਰਦੇ ਨੇ। ਮੈਨੂੰ ਕੁਝ ਦਿਨ ਪਹਿਲਾਂ ਇੱਥੇ ਇੱਕ ਈਸਾਈ ਪਾਦਰੀ ਨਾਲ ਬੈਠਣ ਦਾ ਮੌਕਾ ਮਿਲਿਆ ਤੇ ਉਹਨੇ ਦਸਮ ਗ੍ਰੰਥ ਦੀ ਇੱਕ ਪੰਕਤੀ ਬੋਲੀ ਜਿਹਦੇ ਵਿੱਚ ਈਸਾ ਸ਼ਬਦ ਆਉਂਦਾ ਸੀ ਤੇ ਈਸਾ ਸ਼ਬਦ ਉਹ ਦੱਸ ਕੇ, ਉਹ ਪੰਕਤੀ ਬੋਲ ਕੇ ਤੇ ਉਹ ਮੈਨੂੰ ਇਹ ਕਹਿਣਾ ਚਾਹੁੰਦਾ ਸੀ ਕਿ ਵੇਖੋ, ਗੁਰਬਾਣੀ ਦੇ ਵਿੱਚ ਜਿਹੜਾ ਈਸਾ ਸ਼ਬਦ ਆਇਆ, ਜਿਹੜਾ ਕਿ ਈਸਾ ਮਸੀਹ ਵਾਸਤੇ ਹੈ। ਪੰਜਾਬ ਦੇ ਵਿੱਚ ਵੀ ਜਿਹੜੇ ਈਸਾਈ ਪਾਦਰੀ ਕੰਮ ਕਰਦੇ ਨੇ, ਉਹ ਵੀ ਇਹੋ ਜਿਹੀਆਂ ਕੁਝ ਪੰਕਤੀਆਂ ਲੱਭ ਕੇ ਤੇ ਉਹ ਲੋਕਾਂ ਦੇ ਵਿੱਚ ਇਹ ਗੱਲ ਆਮ ਜਿਨ੍ਹਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ। ਦੇਖੋ, ਮੈਂ ਤੁਹਾਨੂੰ ਇੱਕ ਬੜੀ ਅਹਿਮ ਗੱਲ ਅੱਜ ਹੋਰ ਵੀ ਦੱਸਦਾ। ਉਹ ਇਹ ਹੈ ਕਿ ਆਮ ਬੰਦਾ ਜਿਹੜਾ ਹੈ ਉਹ ਧਰਮ ਬਾਰੇ ਕਿੰਨੀ ਕੁ ਜਾਣਕਾਰੀ ਰੱਖਦਾ ਹੈ। ਆਮ ਬੰਦਾ ਬਹੁਤ ਸਧਾਰਨ ਜਿਹੀ ਜਾਣਕਾਰੀ ਰੱਖਦਾ ਹੈ ਆਪਣੇ ਧਰਮ ਬਾਰੇ। ਦੂਜੇ ਧਰਮ ਬਾਰੇ ਤਾਂ ਉਹ ਕੀ ਜਾਣਦਾ ਹੋਵੇਗਾ, ਤੁਸੀਂ ਅੰਦਾਜ਼ਾ ਲਾ ਕੇ ਵੇਖ ਲਓ। ਉਹ ਕੇਵਲ ਓਨੀ ਜਾਣਕਾਰੀ ਰੱਖਦਾ ਹੈ ਜਿਹੜੀ ਉਹ ਆਪਣੇ ਮੰਦਰ ਦੇ ਵਿੱਚ ਪੁਜਾਰੀ ਕੋਲੋਂ ਸੁਣ ਲੈਂਦਾ ਹੈ, ਜਾਂ ਗ੍ਰੰਥੀ ਕੋਲੋਂ ਸੁਣ ਲੈਂਦਾ ਹੈ, ਜਾਂ ਮੌਲਵੀ ਕੋਲੋਂ ਸੁਣ ਲੈਂਦਾ ਹੈ, ਜਾਂ ਪਾਦਰੀ ਕੋਲੋਂ ਸੁਣ ਲੈਂਦਾ ਹੈ ਗਿਰਜੇ ਦੇ ਵਿੱਚ। ਬਹੁਤ ਰੇਅਰ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਧਰਮ ਬਾਰੇ ਐਵਰੇਜ ਨੌਲੇਜ ਹੁੰਦੀ ਹੈ। ਐਵਰੇਜ, ਮੈਂ ਜ਼ਿਆਦਾ ਨਹੀਂ ਕਹਿ ਰਿਹਾ ਤੇ ਨਾ ਹੀ ਮੈਂ ਘੱਟ ਕਹਿ ਰਿਹਾ। ਜਿਨ੍ਹਾਂ ਨੂੰ ਐਵਰੇਜ ਨੌਲੇਜ ਆਪਣੇ ਧਰਮ ਬਾਰੇ ਸਹੀ ਪ੍ਰਮਾਣਿਕ ਜਾਣਕਾਰੀ ਹੁੰਦੀ ਹੈ, ਉਹ ਬਹੁਤ ਘੱਟ ਬੰਦੇ ਹੁੰਦੇ ਨੇ। ਔਰ ਜਿਨ੍ਹਾਂ ਨੂੰ ਆਪਣੇ ਧਰਮ ਦੇ ਬਾਰੇ ਥੋੜ੍ਹੀ ਜਿਹੀ ਹਾਇਰ ਇਨਫੋਰਮੇਸ਼ਨ ਹੁੰਦੀ ਹੈ, ਉਹ ਤਾਂ ਫਿਰ ਬਹੁਤ ਹੀ ਰੇਅਰ ਹੁੰਦੇ ਨੇ। ਉਹੀ ਲੋਕ ਤੁਹਾਨੂੰ ਜਿਹੜੇ ਨੇ ਉਹ ਪ੍ਰਚਾਰਕ ਤੇ ਮੌਲਵੀ ਤੇ ਇਹੋ ਜਿਹੇ ਲੋਕ ਨਜ਼ਰ ਆਉਣਗੇ ਜਿਨ੍ਹਾਂ ਨੂੰ ਐਵਰੇਜ ਨਾਲੋਂ ਥੋੜ੍ਹੀ ਜਿਹੀ ਜ਼ਿਆਦਾ ਸਮਝ ਹੁੰਦੀ ਹੈ ਆਪਣੇ ਧਰਮ ਦੀ। ਪਰੰਤੂ ਸਮੁੱਚੇ ਰੂਪ ਵਿੱਚ ਧਰਮ ਦੇ ਫਿਨੋਮੀਨੇ ਨੂੰ ਸਮਝਣ ਵਾਲੇ ਲੋਕ, ਮੈਂ ਤੁਹਾਨੂੰ ਰਿਐਲਿਟੀ ਨਾਲ ਦੱਸਦਾ ਕਿ ਸ਼ਾਇਦ ਲੱਖਾਂ ਵਿੱਚੋਂ ਨਹੀਂ, ਕਰੋੜਾਂ 'ਚੋਂ ਕੁਛ ਲੋਕ ਹੁੰਦੇ ਨੇ। ਕਰੋੜਾਂ 'ਚ। ਹਰ ਬੰਦੇ ਕੋਲ ਇੰਨਾ ਟਾਈਮ ਨਹੀਂ ਹੈ। ਆ ਵੇਖੋ ਨਾ, ਹੁਣ ਮੇਰੇ ਸਿਰਹਾਣੇ ਕਿੰਨੀਆਂ ਕਿਤਾਬਾਂ ਪਈਆਂ ਨੇ। ਸਿਰਫ ਇਹ ਇੰਨੀਆਂ ਹੀ ਨਹੀਂ ਨੇ, ਇਹ ਮੇਰੇ ਕਮਰੇ 'ਚ ਹੋਰ ਕਿਤਾਬਾਂ ਦੇਖੋਗੇ ਤਾਂ ਇੰਨੀਆਂ ਨੇ। ਇਹ ਮੇਰੀਆਂ ਕੁਝ ਹੀ ਕਿਤਾਬਾਂ ਨੇ। ਮਤਲਬ ਮੇਰਾ ਜਿਹੜਾ ਬੇਸਮੈਂਟ ਹੈ ਉਹਦੇ ਵਿੱਚ ਇੱਕ ਲਗਭਗ 400-500 ਅਥੈਂਟਿਕ ਮੋਟੀਆਂ ਕਿਤਾਬਾਂ ਦੀ ਮਤਲਬ ਉੱਥੇ ਮੇਰੇ ਕੋਲ ਕਲੈਕਸ਼ਨ ਹੈ। ਹਰ ਬੰਦਾ ਇਹ ਕਿਤਾਬਾਂ ਇੰਨੇ ਧਿਆਨ ਨਾਲ ਨਹੀਂ ਪੜ੍ਹ ਸਕਦਾ। ਉਹ ਡਿਪੈਂਡੈਂਟ ਕਿਹਦੇ 'ਤੇ ਹੈ? ਜੋ ਉਹਨਾਂ ਨੂੰ ਗੁਰਦੁਆਰੇ 'ਚ ਸੁਣਾ ਦਿੰਦੇ ਨੇ, ਜੋ ਉਹਨਾਂ ਨੂੰ ਮੰਦਰ ਦੇ ਵਿੱਚ ਸੁਣਾ ਦਿੰਦੇ ਨੇ, ਬਸ ਉਹੀ ਉਹਨਾਂ ਵਾਸਤੇ ਸੱਚਾ ਗਿਆਨ ਹੈ। ਹੁਣ ਇਹੀ ਗੱਲ ਜਿਹੜੀ ਹੈ ਅਸੀਂ ਇੱਥੇ ਕਰਦੇ ਹਾਂ ਕਿ ਆਪਣੇ ਧਰਮ ਬਾਰੇ ਤਾਂ ਗਿਆਨ ਲੋਕਾਂ ਨੂੰ ਐਵਰੇਜ ਹੈ, ਪਰੰਤੂ ਕਈ ਵਾਰੀ ਉਹ ਸੁਣੀਆਂ ਸੁਣਾਈਆਂ ਗੱਲਾਂ ਦੂਜੇ ਧਰਮਾਂ ਦੀਆਂ ਸੁਣ ਕੇ ਇਸ ਤਰ੍ਹਾਂ ਦਾ ਪ੍ਰਭਾਵ ਦਿੰਦੇ ਨੇ ਜਿਵੇਂ ਉਹ ਦੂਜੇ ਧਰਮਾਂ ਬਾਰੇ ਬੜਾ ਗਿਆਨ ਰੱਖਦੇ ਨੇ। ਪਰ ਐਸਾ ਜਿਹੜਾ ਹੈ ਸਹੀ ਨਹੀਂ ਹੁੰਦਾ। ਹੁਣ ਅਹਿਮਦੀ ਜਮਾਤ ਇੱਕ
ਆਰਗੇਨਾਈਜ਼ ਵੇ ਦੇ ਨਾਲ ਧਰਮ ਦਾ ਪ੍ਰਚਾਰ ਕਰ ਰਹੀ ਹੈ। ਔਰ ਇਹਨਾਂ ਨੇ ਸਿੱਖ ਧਰਮ ਦੇ ਬਾਰੇ ਜਾਂ ਸਿੱਖ ਧਰਮ ਦੇ ਖਾਸ ਕਰਕੇ ਫਾਊਂਡਰ ਗੁਰੂ ਨਾਨਕ ਸਾਹਿਬ ਬਾਰੇ ਜੋ ਕੁਝ ਲਿਖਿਆ ਜਾਂ ਜੋ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ, ਉਹਦੀ ਜੇ ਗੱਲ ਕਰੀਏ ਤਾਂ ਇੱਕ ਆਮ ਅਹਿਮਦੀ ਜਿਹੜਾ ਹੈ ਉਹ ਸੁਣੀਆਂ ਸੁਣਾਈਆਂ ਗੱਲਾਂ ਜੋ ਉਹਨਾਂ ਦੇ ਵੱਡੇ ਵਡੇਰਿਆਂ ਨੇ ਲਿਖ ਦਿੱਤੀਆਂ ਜਾਂ ਸੁਣਾ ਦਿੱਤੀਆਂ ਉਹਦੇ ਉੱਤੇ ਡਿਪੈਂਡੈਂਟ ਹੈ ਔਰ ਉਹਨੂੰ ਹੀ ਉਹ ਸੱਚ ਮੰਨੀ ਜਾਂਦਾ। ਫਾਰ ਐਗਜ਼ਾਮਪਲ, ਜੇ ਉਹਨੂੰ ਕਹਿ ਦਿੱਤਾ ਕਿ ਬਾਲੇ ਵਾਲੀ ਜਨਮ ਸਾਖੀ 'ਚ ਲਿਖਿਆ ਕਿ ਗੁਰੂ ਨਾਨਕ ਸਾਹਿਬ ਮੱਕੇ ਗਏ ਸਨ, ਤਾਂ ਉਹਨੂੰ ਇੰਨੀ ਗੱਲ ਤਾਂ ਪਤਾ ਹੈ ਕਿ ਜਨਮ ਸਾਖੀ ਦੇ ਵਿੱਚ, ਪਰ ਜਨਮ ਸਾਖੀ ਸ਼ਾਇਦ ਉਹਨੇ ਵੇਖੀ ਵੀ ਨਹੀਂ ਕਦੀ। ਫਿਰ ਵੇਖਣ ਤੋਂ ਬਾਅਦ ਸ਼ਾਇਦ ਉਹ ਪੰਜਾਬੀ ਜਾਣਦਾ ਵੀ ਨਹੀਂ, ਠੀਕ ਹੈ ਨਾ। ਫਿਰ ਉਹ ਅਗਲੀ ਗੱਲ ਹੈ ਕਿ ਜੇ ਉਹ ਜਾਣਦਾ ਵੀ ਹੈ ਤੇ ਉਹਨੂੰ ਜਨਮ ਸਾਖੀ ਲਿਟਰੇਚਰ ਦੀ ਪੂਰੀ ਸਮਝ ਨਹੀਂ। ਜਿਵੇਂ ਮੇਰੇ ਵਰਗਾ ਬੰਦਾ ਜੇਕਰ ਕੋਈ ਐਵੇਂ ਕਹਿ ਦੇ ਜੀ ਮੈਨੂੰ ਤਾਂ ਹਦੀਸਾਂ ਦੀ ਬੜੀ ਗਿਆਨ ਹੈ, ਇਹ ਹਦੀਸਾਂ ਦਾ ਜਿਹੜਾ ਗਿਆਨ ਹੈ ਇੱਕ ਮੁਸਲਮਾਨ ਨੂੰ ਪਤਾ ਹੈ ਕਿ ਉਹ ਤਾਂ ਇੱਕ ਚੰਗੇ ਚੰਗੇ ਮੁਸਲਮਾਨ ਮੌਲਵੀਆਂ ਨੂੰ ਨਹੀਂ ਹੈਗਾ। ਮੁਹੱਦਸ ਜਿਹੜੇ ਹੁੰਦੇ ਨੇ, ਮੁਹੱਦਸ ਉਹ ਹੋਣਾ ਕੋਈ ਬਹੁਤ ਛੋਟੀ ਗੱਲ ਨਹੀਂ ਹੈ, ਉਹ ਬੜੀ ਵੱਡੀ ਅਚੀਵਮੈਂਟ ਹੁੰਦੀ ਹੈ ਜੇਕਰ ਕੋਈ ਬੰਦਾ ਮੁਹੱਦਸ ਹੋਵੇ। ਮਤਲਬ ਚੰਗੇ ਚੰਗੇ ਜਿਹੜੇ ਕੁਰਾਨ ਦੇ ਵਿਆਖਿਆ ਕਾਰਨ ਵੀ ਨੇ ਨਾ ਇਸਲਾਮ ਦੇ, ਉਹ ਵੀ ਜਦੋਂ ਪਰਸਨਲੀ ਉਹਨਾਂ ਨਾਲ ਕਈ ਵਾਰੀ ਗੱਲਬਾਤ ਹੋਈ ਤੇ ਉਹਨਾਂ ਲੋਕਾਂ ਨੇ ਮੰਨਿਆ ਕਿ ਹਦੀਸਾਂ ਦਾ ਉਹਨਾਂ ਨੂੰ ਬੜਾ ਘੱਟ ਗਿਆਨ ਹੈ। ਤੇ ਜੇ ਇੱਕ ਮੁਸਲਮਾਨ, ਚੰਗਾ ਮੁਸਲਮਾਨ ਹਦੀਸ ਬਾਰੇ ਸਿਰਫ ਉਨਾ ਹੀ ਜਾਣਦਾ ਜਿਹੜੀਆਂ ਮੌਲਵੀ ਨੇ ਸੁਣਾਤੀਆਂ ਹਦੀਸਾਂ ਚਾਰ, ਉਹਨਾਂ ਨੂੰ ਉਹੀ ਯਾਦ ਨੇ ਉਹਨਾਂ ਨੂੰ। ਹਦੀਸਾਂ ਦੇ ਉੱਤੇ ਜੇਕਰ ਕਿਸੇ ਨੇ ਸਟੱਡੀ ਕਰਨੀ ਹੈ ਤੇ ਕਿਸੇ ਬੰਦੇ ਨੂੰ ਘੱਟੋ ਘੱਟ 10 ਸਾਲ 20 ਸਾਲ ਉੱਥੇ ਲਾਣੇ ਹੀ ਪੈਣਗੇ, ਤਾਂ ਉਹਨੂੰ ਸਮਝ ਆਏਗੀ ਕਿ ਹਦੀਸ ਕੀ ਲਿਟਰੇਚਰ ਹੈ, ਕਿੱਦਾਂ ਦਾ ਲਿਟਰੇਚਰ ਹੈ। ਫਿਰ ਹਦੀਸ ਕੋਈ ਇੱਕ ਤਾਂ ਹੈ ਨਹੀਂ, ਇਹ ਇੱਕ ਗ੍ਰੰਥ ਤੇ ਨਹੀਂ ਨਾ ਹੈਗਾ। ਤੋ ਇਹ ਬੜੀ ਮਤਲਬ ਵੱਡੀ ਚੀਜ਼ ਹੁੰਦੀ ਹੈ ਕਿਸੇ ਧਰਮ ਦਾ ਗਿਆਨ ਪ੍ਰਾਪਤ ਕਰਨਾ। ਹੁਣ ਆਮ ਅਹਿਮਦੀ ਨੂੰ ਨਹੀਂ ਪਤਾ ਕਿ ਜਿਹੜੀ 7 ਬਚਨ ਕਿਤਾਬ ਲਿਖੀ ਗਈ ਸੀ ਉਹਦੇ 'ਚ ਜਿਹੜੇ ਫੈਕਟ ਦਿੱਤੇ ਨੇ ਉਹਦਾ ਦੂਜਾ ਪੱਖ ਕੀ ਹੈ। ਵੇਖੋ, ਗਿਆਨ ਉਨੀ ਦੇਰ ਨਹੀਂ ਚੱਲ ਸਕਦਾ ਜਿੰਨਾ ਚਿਰ ਅਸੀਂ ਦੂਜਾ ਪੱਖ ਨਹੀਂ ਸੁਣਦੇ ਜਾਂ ਦੂਜਾ ਪੱਖ ਅਸੀਂ ਵੇਖਦੇ ਨਹੀਂ। ਸਿਰਫ ਇੱਕ ਚੀਜ਼ ਨੂੰ ਪੜ੍ਹ ਲੈਣ ਨਾਲ ਉਹਦੀ ਜਿਹੜੀ ਹੈ ਸਾਰ ਨਹੀਂ ਪਾਇਆ ਜਾ ਸਕਦਾ। ਸਿਰਫ ਉਹੀ ਸੱਚ ਨਹੀਂ ਹੁੰਦਾ ਜੋ ਤੁਹਾਡੇ ਸਾਹਮਣੇ ਪਰੋਸ ਕੇ ਰੱਖਿਆ ਹੈ। ਹੁਣ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਉਸ ਦਿਨ ਵੀ ਕਹੀ ਸੀ ਕਿ ਪਿਛਲੀ ਵੀਡੀਓ ਦੇ ਵਿੱਚ, ਕਿ ਜਿਹੜੀ 7 ਬਚਨ ਕਿਤਾਬ ਹੈ ਇਹ ਲਿਖੀ ਤਾਂ ਸਿੱਖਾਂ ਵਾਸਤੇ ਗਈ ਹੈ ਨਾ। ਜੇ ਸਿੱਖਾਂ ਨੂੰ ਉਹਦਾ ਪਤਾ ਹੀ ਨਹੀਂ ਸਿੱਖਾਂ ਨੂੰ, ਤੇ ਉਹ ਲਿਖਣ ਦਾ ਫਾਇਦਾ ਕੀ? ਇਹਦਾ ਮਤਲਬ ਸਿਰਫ ਤੁਸੀਂ ਮੁਸਲਮਾਨਾਂ ਨੂੰ ਸੁਣਾ ਰਹੇ ਹੋ ਕਿ ਗੁਰੂ ਨਾਨਕ ਮੁਸਲਮਾਨ ਸੀ। ਜੇ ਉਹ ਇੰਨੀ ਵਧੀਆ ਕਿਤਾਬ ਹੈ 7 ਬਚਨ ਮਿਰਜ਼ਾ ਸਾਹਿਬ ਦੀ, ਤਾਂ ਉਹਨੂੰ ਅੱਜ ਤੱਕ ਗੁਰਮੁਖੀ ਦੇ ਵਿੱਚ ਕਿਉਂ ਟਰਾਂਸਲੇਟ ਨਹੀਂ ਕਰਵਾਇਆ ਗਿਆ? ਅੱਜ ਤੱਕ 100 ਸਾਲ ਤੋਂ ਜ਼ਿਆਦਾ ਸ਼ਾਇਦ ਸਮਾਂ ਹੋ ਗਿਆ ਉਹ ਕਿਤਾਬ ਨੂੰ। ਅੱਜ ਤੱਕ ਇਹ ਕਿਤਾਬ ਨੂੰ ਜਿਹੜਾ ਪੰਜਾਬੀ ਦੇ ਵਿੱਚ, ਗੁਰਮੁਖੀ ਦੇ ਵਿੱਚ ਇੱਕ ਆਮ ਪਬਲਿਕ ਵਾਸਤੇ, ਜਿਹੜੀ ਸਿੱਖ ਪਬਲਿਕ ਹੈ, ਜਿਹੜੀ ਪੰਜਾਬੀ ਨੋਇੰਗ ਪੀਪਲ ਨੇ, ਉਹਨਾਂ ਨੂੰ ਇਹ ਕਿਤਾਬ ਕਿਉਂ ਨਹੀਂ ਦਿੱਤੀ ਗਈ? ਸਿਰਫ ਇੱਕ ਅਹਿਮਦੀਆਂ ਨੂੰ ਹੀ ਪੜ੍ਹਾਉਣ ਵਾਸਤੇ ਇਹ ਕਿਤਾਬ ਲਿਖੀ ਗਈ ਸੀ ਕਿ ਤੁਹਾਡਾ ਜਿਹੜਾ ਮਿਰਜ਼ਾ ਹੈਗਾ ਉਹ ਜੀ ਗੁਰੂ ਨਾਨਕ ਵੀ ਹੈ, ਉਹ ਜੀ ਸਾਰੇ ਕੁਛ ਹੀ ਉਹੀ ਹੈ। ਸਿਰਫ ਉਹਨਾਂ ਦੀ ਤਸੱਲੀ ਵਾਸਤੇ ਹੈ, ਤੇ ਫਿਰ ਮੈਨੂੰ ਕੋਈ ਇਤਰਾਜ਼ ਨਹੀਂ। ਫਿਰ ਤੁਸੀਂ ਉਹਨੂੰ ਬੇਸ਼ੱਕ ਡੱਬੀ ਦੇ ਵਿੱਚ ਬੰਦ ਕਰਕੇ ਤੇ ਉਹਨੂੰ ਰੱਖੋ, ਤੇ ਕੋਈ ਹਰਜ ਨਹੀਂ। ਪਰ ਜੇ ਉਹ ਸਿੱਖਾਂ ਨੂੰ ਸਮਝਾਉਣ ਲਈ ਸੀ ਕਿ ਗੁਰੂ ਨਾਨਕ ਮੁਸਲਮਾਨ ਸੀ, ਫਿਰ ਤਾਂ ਉਹ ਪੰਜਾਬੀ 'ਚ ਹੋਣੀ ਚਾਹੀਦੀ ਸੀ। ਪਰ ਉਹ ਪੰਜਾਬੀ 'ਚ ਕਿਉਂ ਨਹੀਂ ਹੋਈ? ਇਹਦਾ ਜਵਾਬ ਤੇ ਅਹਿਮਦੀ ਹਜ਼ਰਾਤ ਹੀ ਦੇਣਗੇ ਨਾ। ਹੁਣ ਇੱਕ ਕਿਤਾਬ ਮੈਂ ਤੁਹਾਨੂੰ ਹੋਰ ਛੋਟੀ ਜਿਹੀ ਦੱਸਦਾ। ਇਹ ਕਿਤਾਬ ਹੈਗੀ ਜੀ ਗੁਰੂ ਨਾਨਕ ਜੀ ਦੀ ਇਸਲਾਮ ਬਾਰੇ ਗਵਾਹੀ। ਇਹ ਛਪੀ ਕਿੱਥੋਂ ਹੈ? ਇੱਕ ਛਪੀ ਹੋਈ ਹੈ USA ਤੋਂ। ਇਹ ਕਿਤਾਬ ਮੈਂ ਦਾਅਵੇ ਨਾਲ ਕਹਿੰਦਾ ਕਿ ਇੰਡੀਆ ਦੇ ਵਿੱਚ ਸਰਕੂਲੇਟ ਨਹੀਂ ਕੀਤੀ ਜਾਂਦੀ। ਇੰਡੀਆ 'ਚ ਸਰਕੂਲੇਟ ਨਹੀਂ ਕੀਤੀ ਜਾਂਦੀ। ਹੁਣ ਬਹੁਤੇ ਸਿੱਖ ਜਿਹੜੇ ਇਸ ਕਿਤਾਬ ਨੂੰ ਪੜ੍ਹਦੇ ਨੇ ਉਹ ਓਨਾ ਗਿਆਨ ਨਹੀਂ ਰੱਖਦੇ ਜਿਵੇਂ ਇੱਕ ਮੁਸਲਮਾਨ, ਸਧਾਰਨ ਮੁਸਲਮਾਨ ਹਦੀਸ ਬਾਰੇ ਗਿਆਨ ਨਹੀਂ ਰੱਖਦਾ।
ਜੇ ਉਹਨੂੰ ਕੋਈ ਵੀ ਮਨ ਘੜਤ ਜੀ ਹਦੀਸ ਸੁਣਾ ਦਿਓ, ਉਹ ਮੰਨ ਲਏਗਾ ਕਿ ਸ਼ਾਇਦ ਹਦੀਸ ਹੀ ਹੈ, ਹਦੀਸ 'ਚ ਲਿਖਿਆ ਹੋਏਗਾ ਮੁਹੰਮਦ ਸਾਹਿਬ ਬਾਰੇ ਹੈ ਜੋ ਕੁਝ ਮੌਲਵੀ ਨੇ ਸੁਣਾਇਆ। ਪਰੰਤੂ ਇਹ ਕਿਤਾਬ ਜਿਹੜੀ ਹੈ ਇੰਡੀਆ 'ਚ ਨਾ ਵੰਡੀ ਜਾਣੀ ਅਤੇ ਇਹਨਾਂ ਦੇਸ਼ਾਂ ਦੇ ਵਿੱਚ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਗਿਣੇ ਚੁਣੇ ਲੋਕਾਂ ਨੂੰ ਦੇਣੀ, ਇਹਦਾ ਜਵਾਬ ਵੀ ਜਿਹੜਾ ਹੈ ਇਹ ਅਹਿਮਦੀ ਹਜ਼ਰਾਤ ਹੀ ਦੇ ਸਕਦੇ ਨੇ ਕਿ ਇਸ ਤਰ੍ਹਾਂ ਕਿਉਂ ਕੀਤਾ ਜਾਂਦਾ ਹੈ। ਹੁਣ ਇਸ ਕਿਤਾਬ ਦੇ ਵਿੱਚ ਇਹਨਾਂ ਨੇ ਜਿਹੜੀ ਅੱਜ ਅਸੀਂ ਗੱਲ ਕਰਾਂਗੇ ਇੱਕ ਤਸਵੀਰ ਦਿੱਤੀ ਹੈ, ਇਹ ਧਿਆਨ ਨਾਲ ਤੁਸੀਂ ਦੇਖੋ। ਇਹ ਤਸਵੀਰ ਦੇਖ ਕੇ ਹੱਥ ਨਾਲ ਲਿਖ ਦਿੱਤਾ ਉੱਪਰ, ਇਹ ਪ੍ਰਿੰਟਡ ਨਹੀਂ ਹੈ, ਇਹ ਪ੍ਰਿੰਟਡ ਨਹੀਂ ਹੈ। ਇਹ ਹੱਥ ਨਾਲ ਕੀ ਲਿਖਿਆ ਤੁਸੀਂ ਪੜ੍ਹ ਸਕਦੇ ਹੋ। ਲਿਖਿਆ ਹੈ ਸ੍ਰੀ ਗੁਰੂ ਨਾਨਕ ਜੀ ਇੱਕ ਚਿੱਤਰਕਾਰ ਦੀਆਂ ਨਜ਼ਰਾਂ ਵਿੱਚ। ਸ੍ਰੀ ਗੁਰੂ ਨਾਨਕ ਜੀ ਇੱਕ ਚਿੱਤਰਕਾਰ ਦੀਆਂ ਨਜ਼ਰਾਂ ਵਿੱਚ। ਇਹ ਤਸਵੀਰ ਇਹਦੇ ਸ਼ੁਰੂ ਦੇ ਵਿੱਚ ਕਿਤਾਬ ਜਦੋਂ ਇਹਦਾ ਸਰਵਰਕ ਅਸੀਂ ਖੋਲ੍ਹਦੇ ਹਾਂ, ਸਭ ਤੋਂ ਪਹਿਲਾਂ ਇਹ ਤਸਵੀਰ ਨਜ਼ਰ ਆਉਂਦੀ ਹੈ। ਹੁਣ ਇਹ ਕਿਤਾਬ ਨੂੰ ਲਿਖਣ ਵਾਲੇ ਬੰਦੇ ਨੂੰ, ਛਾਪਣ ਵਾਲੇ ਬੰਦੇ ਨੂੰ ਇਹ ਗੱਲ ਦੱਸਣੀ ਚਾਹੀਦੀ ਸੀ ਕਿ ਇਹ ਚਿੱਤਰਕਾਰ ਕੌਣ ਹੈ ਜਿਹਦੀਆਂ ਨਜ਼ਰਾਂ ਦੇ ਵਿੱਚ ਇਹ ਗੁਰੂ ਨਾਨਕ ਹੈ। ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਸੁਣਾਉਂਦਾ। ਇਹ 1995 ਦੀ ਗੱਲ ਹੈ। ਮੈਂ ਇੱਕ ਸਿੱਖ ਧਰਮ ਦੀ ਬਰੀਫ ਇੰਟਰੋਡਕਸ਼ਨ 18 ਲੈਂਗੁਏਜ ਦੇ ਵਿੱਚ ਛਪਵਾਈ ਸੀ। 18 ਲੈਂਗੁਏਜ ਇੱਕੋ ਟਾਈਮ 'ਤੇ। ਕਲਰਡ ਪੇਪਰ ਵਰਤਿਆ ਗਿਆ ਉਹਦੇ 'ਚ, ਔਰ ਉਹਦੇ 'ਚ ਕੁਝ ਤਸਵੀਰਾਂ ਵੀ ਅਸੀਂ ਲਾਈਆਂ। ਹੁਣ ਇੱਕ ਤਸਵੀਰ ਉਹਦੇ ਵਿੱਚ ਸੀ ਕਿ ਜਿਹਦੇ 'ਚ ਬਘੇਲ ਸਿੰਘ ਨੇ ਲਾਲ ਕਿਲ੍ਹੇ ਦੇ ਉੱਤੇ ਨਿਸ਼ਾਨ ਸਾਹਿਬ ਲਹਿਰਾਇਆ। ਇੱਕ ਤਸਵੀਰ ਸੀ ਨਵਾਬ ਕਪੂਰ ਸਿੰਘ ਦੀ, ਇੱਕ ਤਸਵੀਰ ਸੀ ਜੱਸਾ ਸਿੰਘ ਆਹਲੂਵਾਲੀਏ ਦੀ। ਹੁਣ ਹੋਇਆ ਕੀ ਕਿ ਗਲਤੀ ਦੇ ਨਾਲ ਜਿਹੜੀ ਤਸਵੀਰ ਆਹਲੂਵਾਲੀਏ ਦੀ ਸੀ ਉਹਦੀ ਥਾਂ ਤੇ ਨਵਾਬ ਕਪੂਰ ਸਿੰਘ ਦੀ ਫੋਟੋ ਛਪ ਗਈ, ਤੇ ਜਦੋਂ ਜਿੱਥੇ ਮਤਲਬ ਨਵਾਬ ਕਪੂਰ ਸਿੰਘ ਦੀ ਫੋਟੋ ਆਉਣੀ ਸੀ ਉੱਥੇ ਜੱਸਾ ਸਿੰਘ ਆਹਲੂਵਾਲੀਏ ਦੀ, ਮਤਲਬ ਉਹਨਾਂ ਦੀ ਫੋਟੋ ਚੇਂਜ ਹੋ ਗਈ ਆਪਸ 'ਚ, ਔਰ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਪੰਫਲੇਟ ਛਪ ਗਏ। ਜਦੋਂ ਛਪ ਗਏ ਤੇ ਬਾਅਦ 'ਚ ਦੇਖਿਆ ਕਿ ਇਹ ਤੇ ਫੋਟੋ ਗਲਤ ਲੱਗ ਗਈ ਹੈ। ਔਰ ਮੈਂ ਉਦੋਂ ਇਹ ਗੱਲ ਕਹਿ ਕੇ ਮਤਲਬ ਸਨਸਨੀ ਪੈਦਾ ਕਰ ਦਿੱਤੀ। ਮੈਂ ਕਿਹਾ ਚੱਲਣ ਦਿਓ। ਮੈਂ ਕਿਹਾ ਕਿਹੜਾ ਕਿਸੇ ਨੇ ਜੱਸਾ ਸਿੰਘ ਆਹਲੂਵਾਲੀਆ ਵੇਖਿਆ, ਕਿਹੜਾ ਕਿਸੇ ਨੇ ਨਵਾਬ ਕਪੂਰ ਸਿੰਘ ਦੀ ਅਥੈਂਟਿਕ ਜਿਹੜੀ ਫੋਟੋ ਹੈ, ਕੋਈ ਪਿਕਚਰ ਹੈ ਉਹ ਵੇਖੀ ਹੋਈ ਹੈ? ਕਿਸੇ ਨੂੰ ਨਹੀਂ ਪਤਾ ਲੱਗਣਾ। ਚੱਲਣ ਦਿਓ। ਔਰ ਤੁਸੀਂ ਯਕੀਨ ਕਰੋ ਉਹ ਪੰਫਲੇਟ ਨੂੰ ਛਪਿਆ ਕਿੰਨੇ ਸਾਲ ਹੋ ਗਏ ਅੱਜ, ਲਗਭਗ 30-35 ਸਾਲ ਤੋਂ। ਉਹ ਫੋਟੋ ਦੇ ਉੱਤੇ ਅੱਜ ਵੀ ਸਾਨੂੰ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਕਿ ਤੁਸੀਂ ਗਲਤ ਫੋਟੋ ਲਾਤੀ ਹੈ। ਕਿਉਂ? ਕਿਉਂਕਿ ਨਾ ਦੇ ਕਪੂਰ ਸਿੰਘ ਦੀ ਜਿਹੜੀ ਫੋਟੋ ਬਣੀ ਹੋਈ ਹੈ ਉਹ ਅਸਲ ਹੈ, ਤੇ ਨਾ ਨਵਾਬ ਆਪਣਾ ਜੱਸਾ ਸਿੰਘ ਦੀ ਜਿਹੜੀ ਫੋਟੋ ਹੈ ਉਹ ਅਸਲ ਹੈ। ਇਸ ਕਰਕੇ ਜੇ ਇੰਟਰਚੇਂਜ ਹੋ ਗਈ ਹੈ ਤਾਂ ਕੀ ਕਿਸੇ ਨੂੰ ਕੀ ਪਤਾ, ਕਿਸੇ ਨੂੰ ਕੀ ਇਤਰਾਜ਼ ਹੈ ਕਿਹੜੀ ਫੋਟੋ ਕਿਹਦੀ ਹੈਗੀ ਹੈ? ਇਹ ਸਾਰੀਆਂ ਮਨੋਕਲਪਤ ਬਾਅਦ ਦੇ ਪੇਂਟਰਸ ਨੇ ਪੇਂਟਿੰਗ ਬਣਾਈ ਹੋਈ ਹੈ। ਹੁਣ ਇਸੇ ਤਰੀਕੇ ਨਾਲ ਇਹ ਜਿਹੜੀ ਫੋਟੋ ਇਹਨਾਂ ਨੇ ਇਸ ਕਿਤਾਬ ਦੇ ਸ਼ੁਰੂ 'ਚ ਦੇ ਦਿੱਤੀ, ਇਹ ਫੋਟੋ ਕਿਹੜੇ ਚਿੱਤਰਕਾਰ ਦੀ ਹੈ ਕਿਸੇ ਨੇ ਇਹਨਾਂ ਇਹ ਵੀ ਨਹੀਂ ਦੱਸ ਸਕਦੇ। ਮੈਂ ਦਾਅਵਾ ਕਰਦਾ ਇਹ ਜਿਹੜੇ ਕਿਤਾਬ ਛਾਪਣ ਵਾਲੇ ਨੇ ਭਰਾ, ਜਿਨ੍ਹਾਂ ਨੂੰ ਦੀ ਜ਼ਿੰਮੇਵਾਰੀ ਵੈਸੇ ਬਣਦੀ ਹੈ ਕਿ ਜੇ ਇਹਨਾਂ ਨੇ ਇੱਕ ਕਿਤਾਬ ਦੇ ਵਿੱਚ ਫੋਟੋ ਦਿੱਤੀ ਹੈ ਤੇ ਇਹ ਫੋਟੋ ਨੂੰ ਇਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਫੋਟੋ ਕਿਹਾ ਹੈ, ਤਾਂ ਇਹਨਾਂ ਦੀ ਜ਼ਿੰਮੇਵਾਰੀ ਹੈ ਕਿ ਇਹ ਦੱਸਣ ਕਿ ਇਹ ਚਿੱਤਰਕਾਰ ਕੌਣ ਹੈ। ਚਿੱਤਰਕਾਰ ਕੌਣ ਹੈ? ਫਿਰ ਕੀ ਪ੍ਰੂਫ ਹੈ ਕਿ ਇਹ ਗੁਰੂ ਨਾਨਕ ਸਾਹਿਬ ਦੀ ਫੋਟੋ ਹੈ? ਕੋਈ ਪ੍ਰੂਫ ਹੈ?
ਕਿ ਇਹ ਗੁਰੂ ਨਾਨਕ ਸਾਹਿਬ ਦੀ ਫੋਟੋ ਹੈ। ਕਿਸੇ ਵੀ ਬੰਦੇ ਦੀ ਫੋਟੋ ਚੁੱਕ ਕੇ ਤੁਸੀਂ ਕਹਿ ਦਿਓ ਕਿ ਇਹ ਮਿਰਜ਼ਾ ਸਾਹਿਬ ਦੀ ਫੋਟੋ ਹੈ, ਤੁਸੀਂ ਬਰਦਾਸ਼ਤ ਕਰਦੇ ਹੋ ਜਾਂ ਤੁਹਾਨੂੰ ਚੰਗਾ ਲੱਗੇਗਾ? ਕੋਈ ਉਹੋ ਜੀ ਪਗੜੀ ਬਣਾ ਕੇ ਕਿਸੇ ਬੰਦੇ ਨੂੰ ਉਹਦੀ ਫੋਟੋ ਜਿਹੜੀ ਹੈ ਲਾ ਦਿੱਤੀ ਜਾਵੇ ਤੇ ਕਹਿਤਾ ਜਾਵੇ ਇੱਕ ਪੇਂਟਰ ਦੀ ਨਜ਼ਰ ਵਿੱਚ ਮਿਰਜ਼ਾ ਸਾਹਿਬ, ਮੇਰਾ ਖਿਆਲ ਹੈ ਕਿ ਤੁਸੀਂ ਇਸ ਤਰ੍ਹਾਂ ਬਰਦਾਸ਼ਤ ਨਹੀਂ ਕਰੋਗੇ। ਤਾਂ ਫਿਰ ਤੁਸੀਂ ਇਹ ਫੋਟੋ ਨੂੰ ਗੁਰੂ ਨਾਨਕ ਦੀ ਫੋਟੋ ਕਿਵੇਂ ਦੱਸ ਰਹੇ ਹੋ? ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਕਿ ਇਹ ਗੁਰੂ ਨਾਨਕ ਦੀ ਫੋਟੋ ਹੈ? ਤੁਹਾਡੀ ਜ਼ਿੰਮੇਵਾਰੀ ਇਹ ਦੱਸੋ ਕਿ ਇਹ ਚਿੱਤਰਕਾਰ ਕੌਣ ਹੈ ਜਿਹਨੇ ਇਹ ਫੋਟੋ ਬਣਾਈ ਸੀ। ਕੀ ਉਹ ਚਿੱਤਰਕਾਰ ਗੁਰੂ ਨਾਨਕ ਸਾਹਿਬ ਨੂੰ ਪਰਸਨਲੀ ਮਿਲਿਆ ਸੀ, ਜਾਂ ਇਹ ਫੋਟੋ ਕਦੋਂ ਬਣੀ, ਕਿੰਨੇ 100 ਸਾਲ ਬਾਅਦ ਇਹ ਫੋਟੋ ਬਣੀ? ਕੀ ਉਹਨੇ ਕਿਸੇ ਅਸਲ ਫੋਟੋ ਦੀ ਫੋਟੋ ਬਣਾਈ ਸੀ? ਜੇ ਉਹ ਮਿਲਿਆ ਨਹੀਂ ਸੀ ਤਾਂ ਤੁਹਾਨੂੰ ਇਹ ਗੱਲ ਦੱਸਣੀ ਪਏਗੀ। ਇਹ ਜ਼ਿੰਮੇਵਾਰੀ ਬਣਦੀ ਹੈ ਲਿਟਰੇਚਰ ਛਾਪਣ ਵਾਲਿਆਂ ਦੀ। ਹੁਣ ਤੁਹਾਨੂੰ ਮੈਂ ਦੱਸਦਾ ਕਿ ਇਹ ਫੋਟੋ ਦੀ ਅਸਲੀਅਤ ਕੀ ਹੋ ਸਕਦੀ ਹੈ। ਪਿੱਛੇ ਜੀ ਇੱਕ ਸਾਡੇ ਮਿੱਤਰ ਨੇ ਮੌਂਟਰੀਅਲ ਦੇ ਵਿੱਚ, ਕਿਊਬੈਕ ਦੇ ਵਿੱਚ, ਉਹਨਾਂ ਨੇ ਵੀ ਇੱਕ ਕਿਤਾਬ ਛਾਪੀ ਜਿਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਕੋਈ ਇਸ ਤਰ੍ਹਾਂ ਦਾ ਚਿੱਤਰ ਜਿਹੜਾ ਹੈ ਤੁਰਕੀ ਦੇ ਵਿੱਚੋਂ ਲੱਭਿਆ। ਤੁਰਕੀ ਦੇ ਵਿੱਚੋਂ ਲੱਭ ਕੇ ਤੇ ਉਹਨਾਂ ਨੇ ਆਪਣੀ ਇੱਕ ਕਿਤਾਬ ਦੇ ਵਿੱਚ ਛਾਪ ਦਿੱਤਾ। ਦਵਿੰਦਰ ਸਿੰਘ ਚਾਹਲ ਉਹਨਾਂ ਦਾ ਨਾਮ ਹੈ। ਦਵਿੰਦਰ ਸਿੰਘ ਚਾਹਲ ਨੇ ਵੀ ਇੱਕ ਇਸ ਤਰ੍ਹਾਂ ਦੀ ਜਿਹੜੀ ਇਹ ਫੋਟੋ ਛਾਪ ਦਿੱਤੀ ਤੇ ਇਹ ਮਸ਼ਹੂਰ ਕਰਨ ਦੀ ਕੋਸ਼ਿਸ਼ ਕੀਤੀ, ਇਹ ਗੱਲ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਨਾਨਕ ਸਾਹਿਬ ਤੁਰਕੀ ਦੇ ਵਿੱਚ ਵੀ ਗਏ ਨੇ। ਤੇ ਇਹ ਵੇਖੋ ਗੁਰੂ ਨਾਨਕ ਸਾਹਿਬ ਦੀ ਮੈਂ ਫੋਟੋ ਲੱਭ ਲਿਆਂਦੀ ਹੈ। ਇਹ ਫੋਟੋਆਂ ਦੀ ਅਥੈਂਟੀਕੇਸ਼ਨ ਜੇ ਸਾਨੂੰ ਨਹੀਂ ਪਤਾ ਤਾਂ ਅਸੀਂ ਕਿਵੇਂ ਇਹ ਗੱਲ ਕਰ ਰਹੇ ਹਾਂ। ਤੁਰਕੀ ਦੇ ਵਿੱਚ ਤਾਂ ਕਿਸੇ ਜਨਮ ਸਾਖੀ ਨੇ ਵੀ ਨਹੀਂ ਲਿਖਿਆ ਕਿ ਗੁਰੂ ਨਾਨਕ ਸਾਹਿਬ ਗਏ ਨੇ, ਪਰ ਚਾਹਲ ਸਾਹਿਬ ਨੂੰ ਕਿਉਂਕਿ ਉੱਥੋਂ ਕਿਸੇ ਬਾਬੇ ਦੀ ਫੋਟੋ ਲੱਭ ਗਈ ਜਿਹਦੀ ਸ਼ਕਲ ਉਹਨਾਂ ਨੇ ਸੋਚ ਲਿਆ ਕਿ ਇਹ ਗੁਰੂ ਨਾਨਕ ਵਰਗੀ ਹੋ ਸਕਦੀ ਹੈ। ਹੁਣ ਵੇਖੋ ਨਾ, ਬਾਬਿਆਂ ਦੀਆਂ ਫੋਟੋਆਂ ਮਿਲਦੀਆਂ ਜੁਲਦੀਆਂ ਹੋ ਸਕਦੀਆਂ ਨੇ, ਹਾਲਾਂਕਿ ਫੋਟੋਆਂ ਉਹ ਸਾਰੇ ਹੱਥ ਦੀਆਂ ਬਣਾਈਆਂ ਪੇਂਟਿੰਗਸ ਨੇ, ਠੀਕ ਹੈ ਨਾ। ਤੇ ਉਹ ਕਿਸੇ ਨਾਲ ਮਿਲ ਗਈ ਤੇ ਉਹ ਹੁਣ ਕਹਿਤਾ, ਹੁਣ ਕੱਲ੍ਹ ਨੂੰ ਕਿਸੇ ਬੰਦੇ ਨੇ ਇੱਥੇ ਕੈਨੇਡਾ ਦੇ ਵਿੱਚ ਕੋਈ ਇਹੋ ਜਿਹੀ ਫੋਟੋ ਲੱਭ ਕੇ ਲਈ ਕਿਤੇ ਕਿਸੇ ਬਜ਼ੁਰਗ ਦੀ ਪੁਰਾਣੀ, ਤੇ ਉਹਨੂੰ ਕਹਿ ਦੇਗਾ ਜੀ ਇਹ ਗੁਰੂ ਨਾਨਕ ਸਾਹਿਬ ਦੀ ਫੋਟੋ ਹੈ ਜੀ, ਇਹ ਕੈਨੇਡਾ 'ਚੋਂ ਮਿਲੀ, ਇਹਦਾ ਮਤਲਬ ਕੈਨੇਡਾ 'ਚ ਵੀ ਆਏ ਸੀ ਗੁਰੂ ਨਾਨਕ ਸਾਹਿਬ। ਸਿੱਖਾਂ ਨੂੰ ਤਾਂ ਇਸ ਤਰ੍ਹਾਂ ਦਾ ਸ਼ੌਂਕ ਹੈ ਕਿ ਉਹ ਆਪਣੇ ਬਾਬੇ ਨੂੰ ਕੋਲੰਬਸ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਨਾ ਟਰੈਵਲਰ ਸਿੱਧ ਕਰਨਾ ਚਾਹੁੰਦੇ ਨੇ, ਠੀਕ ਹੈ ਨਾ। ਹੁਣ ਇਹ ਜਿਹੜੀ ਫੋਟੋ ਹੈ ਇਹ ਮੈਂ ਤੁਹਾਨੂੰ ਦੱਸਦਾ ਕਿ ਕਿਉਂ ਤੇ ਕਿਵੇਂ ਬਣੀ। ਇਹ ਸਿੱਖਾਸ਼ਾਹੀ ਦੌਰ ਦੇ ਵਿੱਚ ਜਦੋਂ ਸਿੱਖ ਸਰਦਾਰਾਂ ਦਾ ਜ਼ੋਰ ਹੋ ਗਿਆ, ਮਿਸਲਾਂ ਦਾ ਜ਼ੋਰ ਹੋ ਗਿਆ, ਉਹਨਾਂ ਨੇ ਮੁਸਲਮਾਨਾਂ ਦੇ ਨੱਕ ਵਿੱਚ ਦਮ ਕੀਤਾ ਸੀਗਾ। ਇੱਕ ਸੱਚ ਹੈ ਜਿਹਨੂੰ ਮੈਂ ਮੰਨਦਾ। ਕੋਈ ਵੀ ਸਿੱਖ ਵਿਦਵਾਨ ਇਹਨੂੰ ਖੰਡਨ ਕਰਨਾ ਚਾਹੁੰਦਾ ਤੇ ਕਰੀ ਜਾਵੇ, ਬਟ ਇਹ ਇੱਕ ਅਸਲੀਅਤ ਹੈ ਕਿ ਸਿੱਖਾਂ ਨੇ ਵੀ ਵਾਹ ਲੱਗਦਿਆਂ ਮੁਸਲਮਾਨਾਂ ਦਾ ਧਰਮ ਪਰਿਵਰਤਨ ਵੀ ਕੀਤਾ, ਉਹਨਾਂ ਨੂੰ ਮਜਬੂਰ ਕੀਤਾ ਕਿ ਉਹ ਆਪਣਾ ਇਸਲਾਮ ਛੱਡ ਕੇ ਤੇ ਮੁਸਲਮਾਨ ਬਣਨ। ਮੈਨੂੰ ਪਤਾ ਹੈ ਕਿ ਕੁਝ ਅਜਿਹੇ ਹਵਾਲੇ ਦਿੱਤੇ ਜਾ ਸਕਦੇ ਨੇ ਜੀ, ਮਸਜਿਦ ਬਣਾਈਆਂ ਗਈਆਂ ਜੀ, ਫਲਾਣਾ ਕੀਤਾ ਗਿਆ, ਉਹ ਇੱਕ ਵੱਖਰਾ ਪੱਖ ਹੈ। ਇੱਕ ਟਾਈਮ 'ਤੇ ਕਈ ਗਰੁੱਪ ਜਿਹੜੇ ਨੇ ਉਹ ਜਿਹੜੇ ਨੇ ਚੱਲਦੇ ਨੇ। ਹੁਣ ਜਿਵੇਂ ਪਿੱਛੇ ਖਾੜਕੂਆਂ ਦਾ ਯੁੱਗ ਸੀ ਤੇ ਖਾੜਕੂਆਂ ਦੇ ਵਿੱਚ ਕੁਝ ਚੰਗੇ ਜਿਹੇ ਗਰੁੱਪ ਸਨ, ਭਲੇ ਮਾਨਸੀ ਗਰੁੱਪ ਸਨ ਤੇ ਕੁਝ ਲੁਟੇਰੇ ਵੀ ਸਨ। ਇੱਕੋ ਜਿਹੇ ਸਾਰੇ ਨਹੀਂ ਹੁੰਦੇ, ਹੋ ਸਕਦਾ ਕੁਝ ਨਰਮ ਦਲੀਏ ਵੀ ਹੋਣ ਉਸ ਵੇਲੇ, ਪਰੰਤੂ ਕੁਝ ਜਿਹੜੇ ਸੀ ਉਹ ਬੜੇ ਕੱਟੜ ਪਸੰਦ ਸੀ ਔਰ ਉਹ ਮੁਸਲਮਾਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਸੀ ਕਰਦੇ, ਔਰ ਉਹ ਬਦਲੇ ਦੀ ਭਾਵਨਾ ਨਾਲ ਮੁਸਲਮਾਨਾਂ ਨੂੰ ਵੀ ਉਸੇ ਤਰ੍ਹਾਂ ਹੀ ਤੰਗ ਕਰਦੇ ਸੀ ਜਿਵੇਂ ਮੁਸਲਮਾਨ ਕਿਸੇ ਟਾਈਮ ਜਿਹੜੇ ਨੇ ਉਹ ਸਾਰੇ ਮੁਸਲਮਾਨ ਨਹੀਂ ਸੀ ਕਰਦੇ। ਉਸੇ ਤਰ੍ਹਾਂ ਹੀ ਹਰ ਮੁਸਲਮਾਨ ਮਾੜਾ ਨਹੀਂ, ਹਰ ਮੁਸਲਮਾਨ ਚੰਗਾ ਨਹੀਂ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਸਿੱਖ ਜਿਹੜਾ ਹਮੇਸ਼ਾ ਚੰਗਾ ਨਹੀਂ ਤੇ ਹਰ ਸਿੱਖ ਜਿਹੜਾ ਹਮੇਸ਼ਾ ਮਾੜਾ ਵੀ ਨਹੀਂ, ਠੀਕ ਹੈ। ਇਹ ਮੈਨ ਟੂ ਮੈਨ ਇਹ ਚੀਜ਼ ਵੇਰੀ ਕਰਦੀ ਹੈ, ਇਹਦਾ ਧਰਮ ਨਾਲ ਸੰਬੰਧ ਨਹੀਂ। ਪਰੰਤੂ ਕੁਝ ਲੋਕ ਜਿਹੜੇ ਨੇ ਮੁਤਸੱਬੀ ਹੋ ਕੇ ਤੇ ਫੰਡਾਮੈਂਟਲਿਸਟ ਲੀਹਾਂ 'ਤੇ ਚੱਲਦਿਆਂ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਨੇ। ਜਦੋਂ ਇਸ ਤਰ੍ਹਾਂ ਦਾ ਦੌਰ ਸੀ ਨਾ ਤਾਂ ਫਿਰ ਕੁਝ ਮੁਸਲਮਾਨਾਂ ਨੇ ਇਹ ਯਤਨ ਕੀਤਾ ਸੀ ਕਿ ਸਿੱਖਾਂ ਨਾਲ ਭਾਈਚਾਰਾ ਵਧਾਇਆ ਜਾਵੇ। ਤਾਂ ਇਸ ਭਾਈਚਾਰੇ ਵਧਾਉਣ ਦੀ ਭਾਵਨਾ ਵਿੱਚ ਇੱਕ ਤਾਂ ਇਹ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਗੁਰੂ ਸਾਹਿਬ ਦੀਆਂ ਪ੍ਰਚਲਿਤ ਕੀਤੀਆਂ ਪੇਂਟਰਸ ਕੋਲੋਂ ਬਣਵਾ ਕੇ
ਕਿ ਸਿੱਖਾਂ ਨੂੰ ਅਸੀਂ ਦੱਸ ਸਕੀਏ ਕਿ ਤੁਹਾਡੇ ਗੁਰੂ ਸਾਹਿਬ ਤੇ ਇਸਲਾਮ ਦਾ ਵੀ ਬੜਾ ਇਹਤਰਾਮ ਕਰਦੇ ਸੀ। ਤੇ ਉਹ ਇਸ ਤਰ੍ਹਾਂ ਦੀ ਭਾਵਨਾ ਜਿਹੜੀ ਹੈ ਸ਼ੋਅ ਕਰਨ ਵਾਸਤੇ ਇਹੋ ਜਿਹੇ ਚਿੱਤਰ ਤੋਰਨ ਦੀ ਕੋਸ਼ਿਸ਼ ਕੀਤੀ ਗਈ, ਕੋਸ਼ਿਸ਼। ਔਰ ਇਸੇ ਸਮੇਂ ਹੀ ਮੈਂ ਬਹੁਤ ਲੰਬੀ ਡਿਟੇਲ 'ਚ ਨਾ ਜਾਵਾਂ ਕਿ ਇਸੇ ਟਾਈਮ 'ਚ ਹੀ ਜਿਹੜਾ ਕੁਝ ਜਿਹੜੇ ਮੁਸਲਮਾਨ ਸਨ ਉਹ ਸਿੱਖ ਬਣ ਗਏ, ਔਰ ਉਹ ਸਿੱਖ ਬਣ ਕੇ ਫਿਰ ਉਹ ਕੀਰਤਨ ਵੀ ਕਰਦੇ ਰਹੇ ਨੇ। ਈਵਨ ਕਿ ਦਰਬਾਰ ਸਾਹਿਬ ਦੇ ਵਿੱਚ ਮੁਸਲਿਮ ਜਿਹੜੇ ਰਬਾਬੀ ਸਨ ਉਹ ਕੀਰਤਨ ਕਰਦੇ ਸਨ। ਇਹ ਸਾਡੀ ਪਰੰਪਰਾ ਰਹੀ ਹੈ। ਹੁਣ ਤਾਂ ਕੱਟੜਵਾਦ ਕਰਕੇ ਕਿਸੇ ਗੈਰ ਸਿੱਖ ਨੂੰ ਉੱਥੇ ਕੀਰਤਨ ਨਹੀਂ ਕਰਨ ਦਿੰਦੇ, ਪਰੰਤੂ ਬਹੁਤ ਸਾਰੇ ਮੁਸਲਮਾਨ ਜਿਹੜੇ ਸੀ ਉਹ ਬਾਣੀ ਦੇ ਵੀ ਪ੍ਰੇਮੀ ਸਨ। ਤੁਹਾਨੂੰ ਯਾਦ ਹੋਏਗਾ ਸੁਖਮਨੀ ਸਾਹਿਬ ਦੀ ਜਿਹੜੀ ਉਰਦੂ ਟਰਾਂਸਲੇਸ਼ਨ ਹੈ ਉਹ ਖਵਾਜਾ ਦਿਲ ਮੁਹੰਮਦ ਨੇ ਕੀਤੀ ਹੈ, ਇੱਕ ਮੁਸਲਿਮ ਸੀਗਾ। ਤਾਂ ਮੁਸਲਮਾਨਾਂ ਨੂੰ ਵੀ ਫਿਰ ਉਸ ਵੇਲੇ ਜਿਹੜੇ ਨੇ ਥੋੜ੍ਹੀ ਜਿਹੀ ਸਿੱਖੀ ਵਾਲੇ ਪਾਸੇ ਉਹਨਾਂ ਦਾ ਝੁਕਾਅ ਹੋ ਗਿਆ। ਅਤੇ ਉਹਨਾਂ ਨੇ ਹੀ ਜਿਹੜਾ ਇਹ ਗੱਲ ਜਿਹੜੀ ਹੈ ਉਹਨਾਂ ਦਿਨਾਂ ਦੇ ਵਿੱਚ ਹੀ ਪ੍ਰਚਾਰੀ ਗਈ ਸਿੱਖਾਸ਼ਾਹੀ ਦੇ ਦੌਰ ਵਿੱਚ ਕਿ ਦਰਬਾਰ ਸਾਹਿਬ ਦੀ ਨੀਂਹ ਜਿਹੜੀ ਹੈ ਉਹ ਸਾਈਂ ਮੀਆਂ ਮੀਰ ਨੇ ਰੱਖੀ। ਉਸ ਤੋਂ ਪਹਿਲਾਂ ਤੁਹਾਨੂੰ ਕਿਸੇ ਵੀ ਗ੍ਰੰਥ ਵਿੱਚ ਤੁਹਾਨੂੰ ਇਹ ਗੱਲ ਨਹੀਂ ਮਿਲੇਗੀ। ਇਹ ਗੱਲ ਜਿਹੜੀ ਹੈ ਕਿਉਂਕਿ ਬਾਅਦ 'ਚ ਸਾਨੂੰ ਵੀ ਚੰਗੀ ਲੱਗਦੀ ਸੀ, ਵਾਰਾ ਖਾਂਦੀ ਸੀ, ਇਹਦੇ ਨਾਲ ਸਾਡਾ ਅਕਸ ਚੰਗਾ ਨਿਕਲਦਾ ਸੀ, ਅਸੀਂ ਵੀ ਇਹਨੂੰ ਲਗਭਗ ਅਪਣਾ ਲਿਆ ਕਿ ਦਰਬਾਰ ਸਾਹਿਬ ਦੀ ਨੀਂਹ ਜਿਹੜੀ ਹੈ ਉਹ ਇੱਕ ਮੁਸਲਿਮ ਫਕੀਰ ਸਾਈਂ ਮੀਆਂ ਮੀਰ ਨੇ ਰੱਖੀ ਸੀ। ਔਰ ਸਾਈਂ ਮੀਆਂ ਮੀਰ ਨੇ ਫਿਰ ਅਸੀਂ ਇਹ ਵੀ ਗੱਲ ਨਾਲ ਬਾਅਦ 'ਚ ਜੁੜ ਗਈ ਕਿ ਉਹਨੇ ਹਾਂ ਦਾ ਨਾਅਰਾ ਮਾਰਿਆ ਸੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਉੱਤੇ। ਠੀਕ ਹੈ, ਇਸ ਤਰ੍ਹਾਂ ਦੀਆਂ ਫਿਰ ਰਵਾਇਤਾਂ ਜਿਹੜੀਆਂ ਨੇ ਨਾਲ ਨਾਲ ਜੁੜਦੀਆਂ ਰਹੀਆਂ ਅਤੇ ਜਿਹਦੇ ਨਾਲ ਫਿਰ ਮਤਲਬ ਮੁਸਲਿਮ ਭਾਈਚਾਰਾ ਜਿਹੜਾ ਸੀ ਉਹ ਇਹ ਚਾਹੁੰਦਾ ਸੀ ਕਿ ਅਸੀਂ ਸਿੱਖਾਂ ਨਾਲ ਮਿਲ ਜੁਲ ਕੇ ਰਹੀਏ, ਕਿਉਂਕਿ ਹੁਣ ਸਿੱਖਾਂ ਦਾ ਰਾਜ ਹੋ ਗਿਆ ਅਤੇ ਸਿੱਖਾਂ ਨੂੰ ਧਾਰਮਿਕ ਤੌਰ 'ਤੇ ਸੰਤੁਸ਼ਟ ਕੀਤਾ ਜਾਵੇ ਕਿਸੇ ਨਾ ਕਿਸੇ ਰੂਪ ਵਿੱਚ। ਤੋ ਇਸ ਰੂਪ ਵਿੱਚ ਮਤਲਬ ਕੁਝ ਰਵਾਇਤਾਂ ਜਿਹੜੀਆਂ ਨੇ ਉਸ ਵੇਲੇ ਤੋਰੀਆਂ ਗਈਆਂ ਔਰ ਉਹ ਚੰਗੀਆਂ ਸਨ। ਮਤਲਬ ਮੈਂ ਉਹਨੂੰ ਐਪਰੀਸ਼ੀਏਟ ਕਰਦਾ ਕਿਉਂਕਿ ਉਹਦੇ ਨਾਲ ਭਾਈਚਾਰਾ ਵੱਧਦਾ, ਪਿਆਰ ਵੱਧਦਾ। ਪਰੰਤੂ ਉਹਦੇ ਬੇਸ 'ਤੇ ਅੱਜ ਇਹ ਗੱਲ ਕਰਨੀ ਕਿ ਇਹ ਤਸਵੀਰ ਜਿਹੜੀ ਹੈ ਹੈਗੀ ਹੈ ਅਤੇ ਇਹਦਾ ਮਤਲਬ ਉਹ ਮੁਸਲਮਾਨ ਸਨ, ਬਿਲਕੁਲ ਇਹਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਕਲਪਤ ਤਸਵੀਰ ਹੈ। ਇੱਕ ਪਹਿਲੀ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਕਿ ਗੁਰੂ ਨਾਨਕ ਦੀ ਬਣਾਈ ਹੈ ਕਿ ਕਿਸੇ ਹੋਰ ਦੀ ਬਣਾਈ ਸੀ। ਜਿਹੜੇ ਵੀ ਕਿਸੇ ਪੇਂਟਰ ਨੇ ਇਹ ਤਸਵੀਰ ਬਣਾਈ ਹੈ, ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੀ ਹੀ ਹੈ, ਉਹਨੇ ਬਣਾਈ। ਕਿਤੇ ਨਹੀਂ ਲਿਖਿਆ, ਉਹ ਪੇਂਟਰ ਵੱਲੋਂ ਤਾਂ ਨਹੀਂ ਨਾ ਲਿਖਿਆ, ਇਹਦੇ ਜਿਹਨੇ ਕਿਸੇ ਨੇ ਆਪਣੇ ਹੱਥ ਨਾਲ ਲਿਖ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦੀ ਤਸਵੀਰ। ਦੇਖੋ ਛਾਪੀ ਵੀ ਨਹੀਂ ਕਰ ਰਹੇ, ਹੱਥ ਨਾਲ ਲਿਖੀ ਹੋਈ ਹੈ ਇਹ ਕਿਤਾਬ ਦੇ ਉੱਤੇ। ਠੀਕ ਹੈ ਨਾ। ਤਾਂ ਇਸ ਰੂਪ ਦੇ ਵਿੱਚ ਇਹ ਉਸ ਵੇਲੇ ਇਸ ਤਰ੍ਹਾਂ ਦੀਆਂ ਰਵਾਇਤਾਂ ਤੋਰੀਆਂ ਗਈਆਂ, ਜਦੋਂ ਕਿ ਅਸਲੀਅਤ ਇਹ ਹੈ ਕਿ ਜਿਹੜਾ ਸਿੱਖ ਲਿਟਰੇਚਰ ਹੈ 18ਵੀਂ ਸਦੀ ਦਾ, ਜਦੋਂ ਇਹ ਤਸਵੀਰ ਬਣੀ ਹੈ ਸਿੱਖਾਸ਼ਾਹੀ ਦੇ ਦੌਰ ਵਿੱਚ। ਸਿੱਖਾਸ਼ਾਹੀ ਦੇ ਜੇ ਤੁਸੀਂ ਸਿੱਖ ਪੇਂਟਿੰਗਸ ਵੇਖੋਗੇ ਤਾਂ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਬਹੁਤ ਸਾਰੀਆਂ ਪੇਂਟਿੰਗਸ ਇਹੋ ਜਿਹੀਆਂ ਬਣੀਆਂ ਸਿੱਖਾਸ਼ਾਹੀ ਦੇ ਦੌਰ ਵਿੱਚ। ਮੈਂ ਕਹਿ ਰਿਹਾ ਜਦੋਂ ਸਿੱਖ ਸਰਦਾਰਾਂ ਦਾ ਬੋਲਬਾਲਾ ਸੀ ਉਦੋਂ ਕੋਈ ਜਿਹੜੇ ਚਿੱਤਰ ਬਣੇ ਹੋਣਗੇ, ਖਾਸ ਕਰਕੇ ਗੁਰਦੁਆਰਿਆਂ ਦੇ ਕੰਧ ਚਿੱਤਰ ਜਿਹੜੇ ਨੇ ਉਹਨਾਂ ਦੇ ਵਿੱਚ ਜਨੇਊ ਨੇ। ਗੁਰੂ ਸਾਹਿਬ ਦੇ ਗਲ ਵਿੱਚ ਜਨੇਊ ਹੈ, ਸਿਰ ਦੇ ਉੱਤੇ ਟੋਪੀ ਹੈ, ਸੇਲੀ ਟੋਪੀ ਜਿਹਨੂੰ ਅਸੀਂ ਕਹਿ ਦਿੰਦੇ ਸੀ। ਤਾਂ ਕੀ ਮਤਲਬ ਉਸ ਵੇਲੇ ਜੇ ਇਹ ਤਸਵੀਰ ਮੁਸਲਿਮ ਰੂਪ ਵਾਲੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ, ਜਿਹਨੂੰ ਇਹ ਕਹਿੰਦੇ ਨੇ ਕਿ ਇਹ ਫੋਟੋ ਗੁਰੂ ਨਾਨਕ ਸਾਹਿਬ ਦੀ ਹੈ, ਤਾਂ ਫਿਰ ਇਹ ਫੋਟੋ ਤਾਂ ਗੁਰਦੁਆਰਿਆਂ 'ਚ ਹੋਣੀ ਚਾਹੀਦੀ ਸੀ। ਕੀ ਗੱਲ ਹੈ ਕਿ ਉਸ ਵੇਲੇ ਜਿਹੜੀਆਂ ਤਸਵੀਰਾਂ ਕੰਧ ਚਿੱਤਰ ਗੁਰਦੁਆਰਿਆਂ 'ਚ ਬਣਵਾਏ ਗਏ, ਜਨਮ ਸਾਖੀ B40 ਦੇ ਵਿੱਚ ਜਿਹੜੇ ਚਿੱਤਰ ਲਾਏ ਗਏ, ਉਹਨਾਂ ਦੇ ਵਿੱਚ ਕਿਉਂ ਮੁਸਲਿਮ ਫਕੀਰ ਵਾਲੀ ਫੋਟੋ ਗੁਰੂ ਨਾਨਕ ਸਾਹਿਬ ਦੀ ਨਹੀਂ ਹੈ? ਉੱਥੇ ਤਾਂ ਜਿਹੜਾ ਜਨੇਊ ਧਾਰੀ ਅਤੇ ਤਿਲਕ ਧਾਰੀ ਅਤੇ ਟੋਪੀ ਧਾਰੀ ਗੁਰੂ ਨਾਨਕ ਹੈ। ਤਾਂ ਇਹਦੇ ਤੋਂ ਇਹ ਕਿਸੇ ਤਰ੍ਹਾਂ ਵੀ ਜਿਹੜਾ ਇੱਕ ਤਸਵੀਰ ਦੇ ਨਾਲ ਇਹ ਮਸਲਾ ਹੱਲ ਨਹੀਂ ਹੋ ਜਾਂਦਾ। ਇਹ ਕਿਹਾ ਨਹੀਂ ਜਾ ਸਕਦਾ ਕਿ ਇਹ ਕਿਹਦੀ ਤਸਵੀਰ ਹੈ ਅਤੇ ਇਹ ਜੇ ਤਸਵੀਰ ਹੈਗੀ ਹੈ ਅਤੇ ਇਹ ਗੁਰੂ ਨਾਨਕ ਦੀ ਤਸਵੀਰ ਹੈ। ਬਦੋ ਬਦੀ ਠੋਸ ਕੇ ਅਤੇ ਇਹ ਗੱਲ ਬਣਾਉਣ ਦੀ ਕੋਸ਼ਿਸ਼ ਕਰਨੀ ਕਿ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਮੁਸਲਮਾਨ ਸਨ। ਅਗਲੇ ਨੁਕਤੇ ਦੇ ਉੱਤੇ ਅਗਲੀ ਵੀਡੀਓ ਦਾ ਇੰਤਜ਼ਾਰ ਕਰੋ। ਥੈਂਕ ਯੂ।